ਬਾਬਾ ਅਜੀਤ ਸਿੰਘ ਸਾਹਿਬ ਜਿਸ ਸਮੇਂ ਚਮਕੌਰ ਦੀ ਗੜੀ ਸਾਹਿਬ ਦੇ ਵਿੱਚੋਂ ਨਿਕਲੇ ਆ, ਬਲੀ ਬਹਾਦਰ ਸਤਿਗੁਰੂ ਦੇ ਬਲੀ ਬਹਾਦਰ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ, ਗੁਰੂ ਪਿਆਰੀ ਸਾਧ ਸੰਗਤ ਜੀ, ਨੁਹਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਮੇਲ ਖਾਂਦੀ ਹੈ। ਤੇਜ ਪ੍ਰਤਾਪ ਗੁਰਦੇਵ ਵਰਗਾ ਬਾਬਾ ਅਜੀਤ ਸਿੰਘ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਜੇਠੇ ਸਾਹਿਬਜ਼ਾਦੇ ਦਾ ਜੰਗ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ। ਕਹਿੰਦੇ ਹੱਥ ਵਿੱਚ ਫੜਿਆ ਹੋਇਆ ਬਰਛਾ ਜਿਸ ਨੂੰ ਫੌਲਾਦ ਦੀ ਪੁੱਠ ਚੜੀ ਹੋਈ ਹੈ। 8 ਸਿੰਘ ਬਾਬਾ ਅਜੀਤ ਸਿੰਘ ਸਾਹਿਬ ਦੀ ਤਾਬਿਆ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਅੰਦਰ ਲੜੇ ਹੈ। ਆਓ ਬਰਛੇ ਦੇ ਨਾਲ ਐਸਾ ਭਿਆਨਕ ਜੰਗ ਕੀਤਾ, ਮੁਗਲਾਂ ਦੀਆਂ ਲੋਥਾਂ ਇਉਂ ਉਛਾਲੀਆਂ ਜਿਵੇਂ ਸਾਧ ਸੰਗਤ ਜੀ ਖੁੰਡੀ ਦੇ ਨਾਲ ਖਿੱਦੋ ਬਾਲਕ ਨੂੰ ਉਛਾਲਦੇ ਆ। ਬਰਛੇ ਦੇ ਨਾਲ ਲੋਥਾਂ ਦੇ ਢੇਰ ਲੱਗ ਰਹੇ ਸਨ। ਜਿੱਧਰ ਨੂੰ ਬਾਬਾ ਅਜੀਤ ਸਿੰਘ ਸਾਹਿਬ ਦਾ ਘੋੜਾ ਸੀਖ ਪੌੜ ਹੁੰਦਾ ਸੀ, ਮੁਗਲ ਹੱਥ ਜੋੜ ਕਰਕੇ ਜਾਨ ਦੀ ਭੀਖ ਮੰਗਦੇ ਸਨ। ਬਾਬਾ ਅਜੀਤ ਸਿੰਘ ਸਾਹਿਬ ਇੰਨੀ ਵੀਰਤਾ ਨਾਲ ਮੈਦਾਨੇ ਜੰਗ ਵਿੱਚ ਲੜੇ ਹੈ। ਕਵੀ ਰਾਜ ਕਹਿੰਦੇ ਜਿਵੇਂ ਵੱਡਾ ਮੱਛ ਸਮੁੰਦਰ ਨੂੰ ਹਿਲਾ ਦਿੰਦਾ ਹੈ, 10 ਲੱਖ ਫੌਜ ਹਿਲਾ ਕੇ ਰੱਖ ਦਿੱਤੀ ਬਾਬਾ ਅਜੀਤ ਸਿੰਘ ਸਾਹਿਬ ਨੇ। ਜਿਸ ਸਮੇਂ ਇੰਨਾ ਰੋਹ ਵੇਖਿਆ, ਇੰਨਾ ਜ਼ੋਰ ਪਿਆ ਫੌਜ ਵਿੱਚ ਵੇਖਿਆ, ਤੇ ਸੈਨਾਪਤੀਆਂ ਨੂੰ ਮਹਿਸੂਸ ਹੋਇਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਮੈਦਾਨੇ ਜੰਗ ਵਿੱਚ ਨਿਕਲ ਪਏ। ਜਦੋਂ ਉਹਨਾਂ ਨੂੰ ਇਸ ਗੱਲ ਦਾ ਅਨੁਮਾਨ ਹੋਇਆ, ਸੈਨਾਪਤੀ ਘੋੜਿਆਂ ਤੇ ਚੜ੍ਹ ਕੇ ਅੱਗੇ ਵਧਿਆ। ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਉਸਨੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਪਛਾਣ ਲਿਆ। ਲਲਕਾਰ ਕੇ ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਸਾਹਿਬ ਆਪ ਨਹੀਂ ਹਨ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੇਠਾ ਸਾਹਿਬਜ਼ਾਦਾ ਹੈ, ਇਹ ਤਲਵਾਰ ਦਾ ਧਨੀ ਹੈ, ਬਚ ਕੇ ਨਾ ਜਾਵੇ, ਗੋਲੀਆਂ ਦਾ ਮੀਂਹ ਵਰਾ ਦਿਓ। ਲਲਕਾਰ ਕਰਕੇ ਪਈ ਆ ਤੁਰਕਾਂ ਦੀ ਫੌਜ। ਬਾਬਾ ਅਜੀਤ ਸਿੰਘ ਸਾਹਿਬ ਇੰਨੀ ਵੀਰਤਾ ਨਾਲ ਲੜ ਰਹੇ ਆ। ਕਵੀ ਰਾਜ ਕਹਿੰਦੇ ਜਿਵੇਂ ਬਲਦੀ ਲਾਟ ਦੇ ਉੱਤੇ ਪਤੰਗੇ ਸੜਦੇ ਆ, ਇਵੇਂ ਬਾਬਾ ਅਜੀਤ ਸਿੰਘ ਸਾਹਿਬ ਨੇ ਤੁਰਕਾਂ ਦੇ ਆਹੂ ਲਾਏ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਜੇਠੇ ਸਾਹਿਬਜ਼ਾਦੇ ਦੀ ਵੀਰਤਾ ਆਪਣੀਆਂ ਅੱਖਾਂ ਨਾਲ ਵੇਖ ਰਹੇ ਆ। ਲਾਹੌਰ ਦਾ ਸਾਧ ਸੰਗਤ ਜੀ ਨਾਇਬ ਗਵਰਨਰ ਅਨਵਰ ਖਾਨ, ਇਹ ਬਾਬਾ ਅਜੀਤ ਸਿੰਘ ਸਾਹਿਬ ਦੀ ਨਿਗਾਹ ਚੜ੍ਹਿਆ। ਇੰਨੀ ਤੇਜ਼ੀ ਨਾਲ ਆਪਣੇ ਘੋੜੇ ਨੂੰ ਫੰਦਾਇਆ ਕਿ ਅਨਵਰ ਖਾਨ ਦਾ ਜਿਸ ਸਮੇਂ ਨੇੜਾ ਕੀਤਾ, ਇਹਦੀ ਛਾਤੀ ਦੇ ਉੱਤੇ ਲੋਹੇ ਦਾ ਸੰਜੋਗ ਅਖਤਰ ਪਾਇਆ ਹੋਇਆ। ਬਾਬਾ ਅਜੀਤ ਸਿੰਘ ਸਾਹਿਬ ਨੇ ਹੱਥ ਵਿੱਚ ਫੜਿਆ ਹੋਇਆ ਫੌਲਾਦੀ ਬਰਛਾ ਲਲਕਾਰ ਕਰਕੇ ਇਸ ਦੀ ਛਾਤੀ ਦੇ ਵਿੱਚ ਇਉਂ ਮਾਰਿਆ ਜਿਵੇਂ ਸੂੰਕਦਾ ਹੋਇਆ ਸੱਪ ਰੁੱਡ ਵਿੱਚ ਵੜ ਜਾਂਦਾ ਹੈ। ਇਵੇਂ ਬਾਬਾ ਅਜੀਤ ਸਿੰਘ ਸਾਹਿਬ ਦਾ ਬਰਛਾ ਇਹਦੀ ਸੰਜੋਗ ਅਖਤਰ ਨੂੰ ਚੀਰਦਾ ਹੋਇਆ ਦੀ ਛਾਤੀ ਨੂੰ ਪਾੜ ਕੇ ਪਾਰ ਹੋ ਗਿਆ। ਪਰ ਜਿਸ ਸਮੇਂ ਬਰਛਾ ਖਿੱਚਣ ਲੱਗੇ ਬਾਬਾ ਅਜੀਤ ਸਿੰਘ ਸਾਹਿਬ ਜੀ, ਸੰਜੋਗ ਦੀ ਇੱਕ ਕਣੀ ਨਾਲ ਅੜ ਕਰਕੇ ਬਰਛੇ ਦਾ ਫਲ ਧਰਤੀ ਤੇ ਡਿੱਗ ਪਿਆ। ਡਾਂਗ ਬਾਬਾ ਅਜੀਤ ਸਿੰਘ ਸਾਹਿਬ ਦੇ ਹੱਥ ਵਿੱਚ ਰਹਿ ਗਈ। ਗਾਤਰੇ ਵਿੱਚ ਪਈ ਹੋਈ ਸ੍ਰੀ ਸਾਹਿਬ ਖਿੱਚ ਲਈ। ਜਿਸ ਸਮੇਂ ਬਾਬਾ ਅਜੀਤ ਸਿੰਘ ਸਾਹਿਬ ਨੇ ਸ੍ਰੀ ਸਾਹਿਬ ਨਾਲ ਜੰਗ ਕੀਤਾ ਹੈ, ਕਵੀ ਰਾਜ ਲਿਖਦੇ ਆ ਕਿ ਜਿਵੇਂ ਬਾਬ ਰੋੜਾ ਕਿਸੇ ਕਿਸਾਨ ਦੀ ਸੁੱਕੀ ਫਸਲ ਨੂੰ ਉਡਾ ਦਿੰਦਾ ਹੈ, ਇਵੇਂ ਬਾਬਾ ਅਜੀਤ ਸਿੰਘ ਸਾਹਿਬ ਨੇ ਤੁਰਕਾਂ ਦੀਆਂ ਲੋਥਾਂ ਸ੍ਰੀ ਸਾਹਿਬ ਨਾਲ ਉਡਾ ਦਿੱਤੀਆਂ। ਇਉਂ ਲੱਗਦਾ ਸੀ ਜਿਵੇਂ ਤੁਰਕਾਂ ਦੀ ਸਭਾ ਵਿੱਚ ਕੋਈ ਜਮਰਾਜ ਫਿਰ ਗਿਆ ਹੋਵੇ। 4 ਚੁਫੇਰੇ ਰੌਲਾ ਹੀ ਰੌਲਾ ਪੈ ਰਿਹਾ ਹੈ। ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਨਾਲ ਲੜਦੇ ਹੋਏ 8 ਸਿੰਘ ਮੈਦਾਨੇ ਜੰਗ ਦੇ ਅੰਦਰ ਵੀਰ ਗਤੀ ਨੂੰ ਪ੍ਰਾਪਤ ਹੋਏ ਆ। ਭਾਈ ਮੋਹਕਮ ਸਿੰਘ ਸਾਹਿਬ ਜੀ ਵੀ ਬਾਬਾ ਅਜੀਤ ਸਿੰਘ ਸਾਹਿਬ ਦੀ ਤਾਬਿਆ ਲੜਦੇ ਹੋਏ, ਜਿਨ੍ਹਾਂ ਨੇ 5ਵੇਂ ਥਾਂ ਤੇ ਉੱਠ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣਾ ਸੀਸ ਭੇਟ ਕੀਤਾ ਸੀ। ਇਸੇ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਦੇ ਅੰਦਰ ਵੀਰ ਗਤੀ ਨੂੰ ਪ੍ਰਾਪਤ ਹੋਏ। ਬਾਬਾ ਅਜੀਤ ਸਿੰਘ ਸਾਹਿਬ ਜਿਸ ਸਮੇਂ ਲੜਦਿਆਂ ਸਾਧ ਸੰਗਤ ਜੀ ਸ੍ਰੀ ਸਾਹਿਬ ਵੀ ਟੁੱਟ ਗਈ, ਕਬਜ਼ਾ ਹੱਥ ਵਿੱਚ ਰਹਿ ਗਿਆ। ਗੁਰੂਦੇਵ ਦੇ ਸਾਹਿਬਜ਼ਾਦੇ ਦੀਆਂ ਬਾਜੂਆਂ ਕਿੰਨੀਆਂ ਫੌਲਾਦ ਨਾਲੋਂ ਵੀ ਮਜ਼ਬੂਤ ਹੋਣਗੀਆਂ ਕਿ ਸ੍ਰੀ ਸਾਹਿਬ ਵੀ ਟੁੱਟ ਕੇ ਡਿੱਗ ਪਈ, ਪਰ ਬਾਹਾਂ ਨੇ ਜਵਾਬ ਨਹੀਂ ਦਿੱਤਾ। ਸਾਧ ਸੰਗਤ ਜੀ, ਕਦੇ ਇਸ ਇਤਿਹਾਸ ਨੂੰ ਪੜ੍ਹਨ ਲੱਗਿਆਂ ਆਪਣੇ ਵਡੇਰਿਆਂ ਵੱਲ ਤੇ ਗੁਰਦੇਵ ਦੀਆਂ ਕੁਰਬਾਨੀਆਂ ਵੱਲ ਚੇਤੇ ਕਰਿਆ ਕਰੋ। ਜ਼ਿੰਦਗੀ ਦੇ ਸੁੱਖਾਂ ਵਿੱਚ ਪਏ ਹੋਏ ਅਸੀਂ ਸਭ ਕੁਝ ਭੁੱਲਦੇ ਜਾ ਰਹੇ ਹਾਂ। ਇਹ ਪਵਿੱਤਰ ਇਤਿਹਾਸਕ ਸਾਕੇ ਸਾਨੂੰ ਜੀਵਨ ਬਦਲਣ ਵਾਸਤੇ ਸੇਧ ਦਿੰਦੇ ਹੈ। ਜੀਵਨ ਦੇ ਅੰਦਰ ਇੱਕ ਨਵੀਂ ਜੋਤ ਜਗਾਉਣ ਵਾਸਤੇ ਸੇਧ ਦਿੰਦੇ ਹੈ। ਮਰੀਆਂ ਹੋਈਆਂ ਕੌਮਾਂ ਇਸ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਦੀ ਕਥਾ ਨੂੰ ਸੁਣ ਕਰਕੇ ਆਪਣੇ ਗਲੋਂ ਗੁਲਾਮੀ ਦਾ ਜੂੜਾ ਲਾਹ ਕਰਕੇ ਸਾਧ ਸੰਗਤ ਜੀ ਆਜ਼ਾਦ ਹੋ ਜਾਂਦੀਆਂ ਹਨ। ਐਡੀ ਸ਼ਕਤੀ ਇਸ ਮੈਦਾਨੇ ਜੰਗ ਦੇ ਅੰਦਰ ਭਰੀ ਹੋਈ। ਬਾਬਾ ਅਜੀਤ ਸਿੰਘ ਸਾਹਿਬ ਜਿਸ ਸਮੇਂ ਸ੍ਰੀ ਸਾਹਿਬ ਟੁੱਟ ਗਈ, ਅਣਗਿਣਤ ਗੋਲੀਆਂ ਲੱਗ ਕਰਕੇ ਘੋੜਾ ਸ਼ਹੀਦ ਹੋ ਗਿਆ। ਬਾਬਾ ਅਜੀਤ ਸਿੰਘ ਸਾਹਿਬ ਜੀ ਪੈਦਲ ਦੋਹਾਂ ਪੈਰਾਂ ਨੂੰ ਜਮਾ ਕਰਕੇ ਗਾਤਰੇ ਵਿੱਚ ਕਮਰ ਕੱਸੇ ਵਿੱਚ ਲੱਗੀ ਹੋਈ ਕਟਾਰ ਦੇ ਨਾਲ ਕਈਆਂ ਪਠਾਣਾਂ ਤੇ ਕਈਆਂ ਤੁਰਕਾਂ ਦੇ ਢਿੱਡ ਪਾੜ ਦਿੱਤੇ। ਕਿਸੇ ਪ੍ਰਕਾਰ ਵਾਸਨਾ ਆਉਂਦਿਆਂ ਵੇਖ ਕਰਕੇ
ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਛਾਤੀ ਵਿੱਚ ਅਣਗਿਣਤ ਗੋਲੀਆਂ ਆ ਕਰਕੇ ਵੱਜੀਆਂ। ਅੰਗ ਅੰਗ ਨੂੰ ਤੀਰਾਂ ਨੇ ਪਿੰਨ ਦਿੱਤਾ। ਜਿਸ ਸਮੇਂ ਬਾਬਾ ਅਜੀਤ ਸਿੰਘ ਸਾਹਿਬ ਜੀ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋ ਕਰਕੇ ਮੂੰਹ ਪਰਨੇ ਡਿੱਗੇ, ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮਮਟੀ ਵਿੱਚ ਬੈਠਿਆਂ ਹੋਇਆਂ ਆਪਣੀ ਰਸਨਾ ਤੋਂ ਜਕਾਰਾ ਛੱਡਿਆ। 9 ਸਿੰਘ ਨੇ ਬਾਬਾ ਅਜੀਤ ਸਿੰਘ ਸਾਹਿਬ ਦੇ ਸਮੇਤ ਅਸਲ ਦੇ ਵਿੱਚ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ 9 ਲੱਖ ਖਾਲਸਾ ਹੈ, क्योंकि सच्चे पातशाह ने अमृत छिका करके वचन कहे सी, 1.25 लाख से एक लड़ाऊं तब गोबिंद सिंह नाम कहाऊं। ये श्री मुखबाक महाराज ने चमकौर साहब की धरती से सत की। गरीब नवाज सच्चे पातशाह महाराज के साहबजादे का शरीर जिस समय शहीद होया धरती ते डिग्या, बीबी हरशरण कौर ने साहबजादियां दे अंतिम संस्कार की क्रिया की है। इतिहास दसदा साध संगत जी, बाबा अजीत सिंह साहब जी दे 300 गोली शरीर ते वजी सी, 500 फट सी बाबा अजीत सिंह साहब जी दे शरीर दे उपर। इन्ने वड्डे फट खा करके महाराज साहब जी दे साहबजादे बाबा अजीत सिंह साहब ने जंग कीता। ये इतिहास की छाती ते उकरियां हुईयां गल्लां ने, किसी ने किताब विच किसी नूं वधा चढ़ा करके साध संगत जी कोई वड्याउण वास्ते नहीं लिखिया होया। गरीब नवाज सच्चे पातशाह महाराज दे साहबजादे बाबा अजीत सिंह साहब जिस समय वीर गति नूं प्राप्त होए, साहिब गुरु गोबिंद सिंह सच्चे पातशाह जाणू निरंकार का शुकराना करदियां होइयां सीस झुकाया है। सच्चे पातशाह महाराज जी दे कोल इस समय 17 सिंह हैं। गरीब नवाज सच्चे पातशाह महाराज जी दे साहबजादे बाबा जुझार सिंह साहिब खून ने उबाला खादा है, सूरमताई ने अंगड़ाई लई है, 15 साल की आजू है। गुरु गोबिंद सिंह सच्चे पातशाह महाराज के सन्मुख आ करके बेनती की है, पिता सतगुरु मैं आप जी की फौज का नदना जिहा सिपाही हाँ। हे पिता सतगुरु, आप जी मेरे पिता भी हो ते मेरे गुरु भी हो, कृपा करके महाराज मैनू मैदाने जंग में जाण की आग्ञा बख्शो। साहिब गुरु गोबिंद सिंह सच्चे पातशाह ने अपने लख ते जिगर नूं अपने गल नाल लाया, मत्था चुम्मिया। गरीब नवाज सतगुरु जी ने बाबा जुझार सिंह साहिब सच्चे पातशाह महाराज जी के मोढियां तक कद आउंदा सी ते बाबा अजीत सिंह साहिब ਉਂਗਲ ਦਾ ਇੱਕ ਪੋਟਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲੋਂ ਕੱਦ ਵਿੱਚ ਉੱਚੇ ਸਨ। ਬਾਬਾ ਜੁਝਾਰ ਸਿੰਘ ਸਾਹਿਬ ਉਮਰ ਭਾਵੇਂ ਛੋਟੀ ਹੈ, ਪਰ ਡੌਲਿਆਂ ਦੇ ਵਿੱਚ ਜ਼ੋਰ ਇੰਨਾ ਕਿ ਸੁਮੇਰ ਪਰਬਤ ਨੂੰ ਮਸਲ ਦੇਣ ਦਾ ਹੌਸਲਾ ਹੈ। ਫੌਲਾਦ ਦੀ ਛਾਤੀ ਦੇ ਅੰਦਰ ਦਿਲ ਧੜਕੜਿਆ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋ ਜਾਣ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਆਗਿਆ ਮੰਗੀ ਹੈ। ਗੁਰਦੇਵ ਨੇ ਅਸੀਸ ਦਿੱਤੀ ਹੈ, ਮੱਥਾ ਚੁੰਮਿਆ ਹੈ। ਬਾਬਾ ਜੁਝਾਰ ਸਿੰਘ ਸਾਹਿਬ ਨੂੰ ਸਤਿਗੁਰੂ ਜੀ ਨੇ ਕਿਹਾ, ਪੁੱਤਰ ਆਪਣੇ ਦਾਦਾ ਸਤਿਗੁਰੂ ਨੂੰ ਯਾਦ ਕਰੋ, ਵੱਡਿਆਂ ਸਤਿਗੁਰਾਂ ਨੂੰ ਯਾਦ ਕਰੋ ਤੇ ਮੈਦਾਨੇ ਜੰਗ ਦੇ ਅੰਦਰ ਉਹ ਪੂਰਨੇ ਪਾਓ ਕਿ ਆਉਂਦੇ ਸਮੇਂ ਵਿੱਚ ਦੁਨੀਆ ਜਿਹੜੀ ਆ ਸਦਾ ਵਾਸਤੇ ਯਾਦ ਕਰਦੀ ਰਹੇ। ਕਾਇਰਾਂ ਨੂੰ ਤੁਹਾਡੀ ਕੁਰਬਾਨੀ ਵੇਖ ਕਰਕੇ ਪੜ੍ਹ ਸੁਣ ਕਰਕੇ ਸੂਰਮ ਗਤੀ ਪ੍ਰਾਪਤ ਹੋਈ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਆਗਿਆ ਲੈ ਕਰਕੇ ਬਾਬਾ ਜੁਝਾਰ ਸਿੰਘ ਸਾਹਿਬ ਜਦੋਂ ਤੁਰੇ ਆ, 9 ਸਿੰਘ ਬਾਬਾ ਜੁਝਾਰ ਸਿੰਘ ਸਾਹਿਬ ਦੀ ਤਾਬਿਆ ਤੁਰੇ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਖ ਤੇ ਜਿਗਰ बाबा जुझार सिंह साहब जी मैदाने जंग में जिस समय कुदे ने एक बार फिर जंग भखिया है, बहुत गह गच जंग होया। गुरु प्यारी साध संगत जी, बाबा जुझार सिंह साहब जी का लड़दा होया घोड़ा जिहड़ा सी मैदाने जंग में लड़दियां होया जिस समय शहीद होया, अपने गातरे में पई हुई श्री साहब दे नाल इन्नी वीरता नाल जंग कीता कि कोई भी बड़ा सैनापति सूरवीर भी महाराज जी के साहबजादे का नेड़ा ना कर सकिया। जिन्नी उम्र निक्की सी उन्नी ही तेजी दे नाल हाथ विच शस्त्र चल रहे सन, क्योंकि सतगुरु जी ने शस्त्रां दे धनी बनाया सी अपने साहबजादे। गरीब नवाज सच्चे पातशाह महाराज अपने साहबजादे की वीरता उसे ही ममटी विच बैठिया होया सतगुरु वेख रहे हैं। जिस पासे वालों जोर पैंदा गुरदेव एक तीर मारते हैं, सच्चे पातशाह महाराज जी के तीर की ताब नाल चलती हुई सेना नठ उठती है। आखिर साध संगत जी, इन्नियां नाल लड़ना महाराज जी के साहबजादे बाबा जुझार सिंह साहिब 9 ਸਿੰਘਾਂ ਦੇ ਸਮੇਤ लड़ते हुए मैदाने जंग के अंदर वीर गति में प्राप्त होए। सच्चे पातशाह महाराज ने अपने साहबजादे की शहादत के उत्ते दूसरी बार भी जकारा छड्डिया। गरीब नवाज सच्चे पातशाह जी के 2 साहबजादे इस मैदाने जंग के अंदर वीर गति में प्राप्त होए।